ਮਨਪ੍ਰੀਤ ਜੀ ਤੁਹਾਡਾ ਸਾਡੇ ਇਸ ਸ਼ੋਅ ਦੇ ਵਿੱਚ ਜਿਹੜਾ ਕਿ ਅਸੀਂ ਹੈਲਥ ਦਾ ਡੇਲੀ ਚਲਾਉਂਦੇ ਹਾਂ ਔਰ ਇਹਦੇ ਵਿੱਚ ਡਿਫਰੈਂਟ ਟਾਈਪ ਆਫ ਡਾਕਟਰਸ ਲੈਂਦੇ ਹਾਂ ਔਰ ਅੱਜ ਅਸੀਂ ਇਹ ਨਵਾਂ ਜਿਹੜਾ ਟੌਪਿਕ ਹੈ ਫਿਜ਼ੀਓਥੈਰੇਪੀ ਦਾ ਲਿੱਤਾ। ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ। ਥੈਂਕ ਯੂ ਤੁਹਾਡਾ ਮੈਨੂੰ ਸ਼ੋਅ ਤੇ ਬਣਾਉਣ ਲਈ। ਤੇ ਮਨਪ੍ਰੀਤ ਜੀ ਸਾਨੂੰ ਇਹ ਦੱਸੋ ਕਿ ਜਿਹੜੀ ਫਿਜ਼ੀਓਥੈਰੇਪੀ ਹੈ ਕੀ ਚੀਜ਼ ਹੈ? ਫਿਜ਼ੀਓਥੈਰੇਪੀ ਇੱਕ ਹੈਲਥ ਕੇਅਰ ਦੀ ਇਦਾਂ ਦੀ ਬ੍ਰਾਂਚ ਹੈ ਜਿਸ ਵਿੱਚ ਕਿ ਅਸੀਂ ਵਿਦਆਊਟ ਮੈਡੀਸਿਨ ਪੇਸ਼ੈਂਟਸ ਦਾ ਟ੍ਰੀਟਮੈਂਟ ਕਰਦੇ ਹਾਂ। ਲੇਕਿਨ ਜਦੋਂ ਅਸੀਂ ਕਹਿੰਦੇ ਹਾਂ ਵਿਦਆਊਟ ਮੈਡੀਸਿਨ, ਇਹਦਾ ਮਤਲਬ ਇਹ ਨਹੀਂ ਕਿ ਪੇਸ਼ੈਂਟ ਨੂੰ ਅਸੀਂ ਟੋਟਲੀ ਕਹਿੰਦੇ ਹਾਂ ਤੁਸੀਂ ਮੈਡੀਸਿਨ ਨਹੀਂ ਲੈਣੀ, ਬਟ ਅਸੀਂ ਆਪਣੀਆਂ ਟੈਕਨੀਕਸ ਨਾਲ, ਐਕਸਰਸਾਈਜ਼ ਥੈਰੇਪੀ ਨਾਲ, ਇਲੈਕਟ੍ਰੋਥੈਰੇਪੀ ਦੇ ਨਾਲ ਤੇ ਹੋਰ ਨਿਊਰੋਲੋਜੀ ਤੇ ਆਰਥੋਪੈਡਿਕ ਨਾਲ ਰਿਲੇਟਡ ਟੈਕਨੀਕਸ ਨੇ ਜਿਹੜੀਆਂ ਕਿ ਐਵੀਡੈਂਸ ਬੇਸ ਨਾਲ ਡਿਵੈਲਪ ਕੀਤੀਆਂ ਨੇ, ਉਹਨਾਂ ਦੀ ਯੂਜ਼ ਕਰਕੇ ਅਸੀਂ ਪੇਸ਼ੈਂਟਸ ਦੀ ਡਿਫਰੈਂਟ ਡਿਜ਼ੀਜ਼ਸ ਦਾ ਟ੍ਰੀਟਮੈਂਟ ਕਰਦੇ ਹਾਂ। ਮਨਪ੍ਰੀਤ ਜੀ ਤੁਸੀਂ ਬੈਚਲਰ ਦੀ ਡਿਗਰੀ ਲੈਣ ਤੋਂ ਬਾਅਦ ਦੇ ਵਿੱਚ ਫਿਜ਼ੀਓਥੈਰੇਪੀ ਦੇ ਬਾਅਦ ਤੁਸੀਂ ਬਾਅਦ ਆ ਕੇ ਜਿਹੜੇ ਹੈਗੇ ਆ ਇਹਦੇ ਚ ਕੀ ਇਹਨੂੰ ਡਿਵੈਲਪ ਮਤਲਬ ਜਿਹੜੀ ਇਸ ਚੀਜ਼ ਨੂੰ ਐਕਸਟੈਂਸ਼ਨ ਕੀਤੀ? ਦੇਖੋ ਮੈਂ ਆਪਣੀ ਬੈਚਲਰ ਆਫ ਫਿਜ਼ੀਕਲ ਥੈਰੇਪੀ ਦੀ ਡਿਗਰੀ ਡੀਏਵੀ ਜਲੰਧਰ ਤੋਂ ਕੀਤੀ ਐਂਡ ਉਸ ਤੋਂ ਬਾਅਦ ਮੈਂ ਆਪਣੀ ਜਿਹੜੀ ਫਰਦਰ ਐਜੂਕੇਸ਼ਨ ਹੈ ਜਿਹਨੂੰ ਕਿ ਅਸੀਂ ਯੂਐਸਏ ਵਿੱਚ ਗ੍ਰੈਡ ਸਕੂਲ ਕਹਿੰਦੇ ਹਾਂ, ਮੈਂ ਮਾਸਟਰਸ ਆਫ ਸਾਇੰਸ ਇਨ ਹੈਲਥ ਸਾਇੰਸਿਸ ਵਿਦ ਕੰਸੈਂਟ੍ਰੇਸ਼ਨ ਆਫ ਮਸਕੂਲੋਸਕੈਲੇਟਲ ਜਿਹੜੀ ਕਿ ਮੇਨ ਆਰਥੋਪੈਡਿਕ ਦੀ ਬ੍ਰਾਂਚ ਹੈ, ਉਸ ਦੇ ਵਿੱਚ ਮੈਂ ਮਾਸਟਰਸ ਯੂਨੀਵਰਸਿਟੀ ਆਫ ਪਿਟਸਬਰਗ ਪੈਂਸਿਲਵੇਨੀਆ ਯੂਐਸਏ ਤੋਂ ਕੀਤੀ। ਤੇ ਇਸੇ ਫੀਲਡ ਦੇ ਨਾਲ ਜੁੜਦੇ ਹੋਏ ਮੈਂ 3 ਸਾਲ ਰਿਸਰਚ ਵਿੱਚ ਯੂਨੀਵਰਸਿਟੀ ਆਫ ਪਿਟਸਬਰਗ ਨਾਲ ਕੰਮ ਕੀਤਾ ਐਂਡ ਹੁਣ ਮੈਂ ਆਪਣੀ ਡਾਕਟਰੇਟ ਆਫ ਫਿਜ਼ੀਕਲ ਥੈਰੇਪੀ ਕੰਪਲੀਟ ਕਰਨ ਤੋਂ ਸਿਰਫ ਇੱਕ ਸਟੈਪ ਦੂਰ ਹਾਂ। ਮਨਪ੍ਰੀਤ ਜੀ ਜਿੱਦਾਂ ਤੁਸੀਂ ਕਿਹਾ ਕਿ ਇਹ ਜਿਹੜੀ ਫਿਜ਼ੀਓਥੈਰੇਪੀ ਹੈ ਇਹਦੇ ਨਾਲ ਰਿਲੇਟਡ ਚੀਜ਼ਾਂ ਜਿੱਦਾਂ ਤੁਸੀਂ ਸਕੈਲਟਨ ਦਾ ਵੀ ਕਿਹਾ ਔਰ ਹੋਰ ਵੀ ਮਤਲਬ ਚੀਜ਼ਾਂ ਦੇ ਬਾਰੇ ਸਾਨੂੰ ਦੱਸ ਰਹੇ ਹੋ, ਵੈਸੇ ਆਮ ਅਸੀਂ ਇਹ ਦੇਖਿਆ ਕਿ ਸਾਡੀ ਜਿਹੜੀ ਧਾਰਨਾ ਲੋਕਾਂ ਦੀ ਇਹੀ ਹੈ ਕਿ ਫਿਜ਼ੀਓਥੈਰੇਪੀ ਜਿਹੜੀ ਉਹ ਇੱਕ ਆਰਥੋਪੈਡਿਕ ਦੀ ਜਿਹੜੀ ਹੈਗੀ ਹੈ ਉਹੀ ਬ੍ਰਾਂਚ ਹੈ ਔਰ ਅਸੀਂ ਦੇਖਦੇ ਹਾਂ ਕਿ ਆਮ ਜਿਹੜੇ ਫਿਜ਼ੀਓਥੈਰੇਪਿਸਟ ਨੇ ਉਹ ਤਕਰੀਬਨ ਜਿਹੜੇ ਹੱਡੀਆਂ ਤੇ ਜੋੜਾਂ ਦੇ ਹਸਪੀਟਲ ਨੇ ਜਾਂ ਡਾਕਟਰ ਨੇ ਉਹਨਾਂ ਦੇ ਨਾਲ ਹੀ ਅਟੈਚ ਹੁੰਦੇ ਨੇ। ਇਹਦੇ ਬਾਰੇ ਸਾਨੂੰ ਦੱਸੋ। ਇਹਦੇ ਬਾਰੇ ਮੈਂ ਇਹ ਕਹਿਣਾ ਚਾਹਾਂਗੀ ਕਿਉਂਕਿ ਮੈਂ ਯੂਐਸਏ ਵਿੱਚ ਹੁਣ ਆਲਮੋਸਟ 1.5 ਸਾਲ ਤੋਂ ਪ੍ਰੈਕਟਿਸ ਕਰ ਰਹੀ ਹਾਂ ਤੇ ਉੱਥੇ ਕੋਈ ਵੀ ਇਦਾਂ ਦਾ ਡਿਜ਼ੀਜ਼ ਜਾਂ ਕੋਈ ਵੀ ਇਦਾਂ ਦੀ ਬ੍ਰਾਂਚ ਨਹੀਂ ਹੈ ਜਿਹਦਾ ਕਿ ਜਿਸ ਤੋਂ ਕਿ ਸਾਨੂੰ ਪੇਸ਼ੈਂਟ ਰੈਫਰ ਹੋ ਕੇ ਨਹੀਂ ਆਉਂਦੇ। ਕਾਰਡੀਓਲੋਜੀ ਹੋਏ, ਨਿਊਰੋਲੋਜੀ ਹੋਏ, ਵੈਸਟੀਬੂਲਰ ਰੀਹੈਬਿਲਿਟੇਸ਼ਨ ਜਿਹੜੀ ਕਿ ਨਿਊਰੋਲੋਜੀ ਦੀ ਹੀ ਬ੍ਰਾਂਚ ਹੈ, ਉਹਦੇ ਪੇਸ਼ੈਂਟਸ ਹੋਣ ਜਿਸ ਕਿ ਪੇਸ਼ੈਂਟ ਨੂੰ ਚੱਕਰ ਆਉਂਦੇ ਨੇ, ਈਵਨ ਉਸ ਦਾ ਟ੍ਰੀਟਮੈਂਟ ਹੋਵੇ, ਆਰਥੋਪੈਡਿਕ ਦਾ ਟ੍ਰੀਟਮੈਂਟ, ਪੀਡੀਆਟ੍ਰਿਕਸ ਦੇ ਵਿੱਚ ਕਾਫੀ ਬਿਮਾਰੀਆਂ ਦਾ ਟ੍ਰੀਟਮੈਂਟ ਹੋਵੇ ਐਂਡ ਸਭ ਤੋਂ ਜਿਹੜੀ ਕਿ ਆਪਾਂ ਇੰਡੀਆ ਸੋਚਦੇ ਹਾਂ ਕਿ ਇਸ ਵਿੱਚ ਤਾਂ ਫਿਜ਼ੀਓਥੈਰੇਪੀ ਹੋ ਹੀ ਨਹੀਂ ਸਕਦੀ, ਗਾਇਨੋਕੋਲੋਜੀ ਦੇ ਵਿੱਚ, ਵੂਮਨਸ ਹੈਲਥ ਦੇ ਵਿੱਚ ਯੂਐਸਏ ਵਿੱਚ ਫਿਜ਼ੀਕਲ ਥੈਰੇਪੀ ਨੇ ਬਹੁਤ ਤਰੱਕੀ ਕੀਤੀ ਹੋਈ ਹੈ ਐਂਡ ਇਸ ਤੋਂ ਇਲਾਵਾ ਜੈਰੀਆਟ੍ਰਿਕਸ ਪੇਸ਼ੈਂਟ ਦੇ ਵਿੱਚ ਜਿਸ ਅਸੀਂ ਕਹਿੰਦੇ ਹਾਂ 올ਡ ਏਜ ਦੇ ਡਿਜ਼ੀਜ਼, ਕਿਸੇ ਵੀ 올ਡ ਏਜ ਦੇ ਡਿਜ਼ੀਜ਼ ਦੀ ਜਿਹੜਾ ਟ੍ਰੀਟਮੈਂਟ ਹੈ ਯੂਐਸਏ ਵਿੱਚ ਫਿਜ਼ੀਕਲ ਥੈਰੇਪੀ ਤੋਂ ਬਿਨਾਂ ਕੀਤਾ ਨਹੀਂ ਜਾਂਦਾ। ਤਾਂ ਤੁਸੀਂ ਦੇਖ ਰਹੇ ਹੋ ਕਿ ਮੈਂ ਕਿੰਨੀਆਂ ਆਲਰੇਡੀ ਬ੍ਰਾਂਚਸ ਸਾਨੂੰ ਮੈਂਸ਼ਨ ਕਰ ਚੁੱਕੀ ਹਾਂ। ਫਿਜ਼ੀਕਲ ਥੈਰੇਪੀ ਇੱਕ ਬਾਕਸ ਨਹੀਂ ਹੈ, ਇਹ ਆਰਥੋਪੈਡਿਕ ਦਾ ਬਾਕਸ ਨਹੀਂ ਹੈ। ਫਿਜ਼ੀਕਲ ਥੈਰੇਪੀ ਕੈਨ ਕਵਰ most of the diseases, can cover most of the diseases that include medication treatment also. ਜਿਸ ਤਰੀਕੇ ਨਾਲ ਮਨਪ੍ਰੀਤ ਜੀ ਤੁਸੀਂ ਦੱਸਿਆ ਕਿ ਸਾਰੇ ਫੀਲਡਸ ਨੂੰ ਇਹ ਜਿਹੜੀ ਫਿਜ਼ੀਓਥੈਰੇਪੀ ਹੈ ਤੇ ਫਿਰ ਇਹਦਾ ਮਤਲਬ ਹੈ ਜਿਹੜੇ ਫਿਜ਼ੀਓਥੈਰੇਪੀ ਵਾਲੇ ਡਾਕਟਰਸ ਨੇ ਜਿਨ੍ਹਾਂ ਨੇ ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ, ਇਵਨ ਤੁਸੀਂ ਤਾਂ ਇਹਦੀ ਡਾਕਟਰੇਟ ਕਰ ਰਹੇ ਹੋ, ਤੇ ਇਹਦਾ ਮਤਲਬ ਹੈ ਇਹਦੇ ਵਿੱਚ ਤੁਸੀਂ ਆਪਣੇ ਇੱਕ ਫੁੱਲ ਫਲੇਜਡ ਇੱਕ ਡਾਕਟਰ ਦੇ ਤੌਰ ਦੇ ਉੱਪਰ, ਇੱਕ ਹੈਲਪਰ ਦੇ ਤੌਰ ਦੇ ਉੱਪਰ ਔਰ ਲੋਕਾਂ ਨੂੰ ਉਹ ਜੋ ਲੋਕ ਜਿਹੜੇ ਬੜੇ ਨਿਰਾਸ਼ ਨੇ ਕਿਉਂਕਿ ਜਿੱਦਾਂ ਤੁਸੀਂ ਦੱਸਿਆ ਕਿ ਸਰਵਾਈਕਲ ਦੀਆਂ ਪ੍ਰੋਬਲਮਸ ਔਰ ਤੁਸੀਂ ਇਕੱਲਾ ਇੱਕ ਬਾਕਸ ਵਾਲੀ ਗੱਲ ਨਹੀਂ ਤੁਸੀਂ ਦੱਸੀ, ਉਹਦੇ ਨਾਲ ਨਾਲ ਤੁਸੀਂ ਕਿਹਾ ਕਿ ਜਿੱਦਾਂ ਨਿਊਰੋ ਦੇ ਨਾਲ ਇਹਦਾ ਬੜਾ ਸੰਬੰਧ, ਅੱਜ ਕੱਲ੍ਹ ਲੋਕ ਡਿਪਰੈਸ਼ਨ 'ਚ ਬੜੇ ਜਾਂਦੇ ਨੇ, ਹੋਰ ਪ੍ਰੋਬਲਮਸ ਬੜੀਆਂ ਆਉਂਦੀਆਂ ਨੇ, ਤੇ ਇਹਦਾ ਮਤਲਬ ਜਿਹੜਾ ਫਿਜ਼ੀਓਥੈਰੇਪੀ ਵਾਲਾ ਹੈ ਆਪਣਾ ਇੱਕ ਪੂਰਾ ਫੀਲਡ। ਫਿਜ਼ੀਕਲ ਥੈਰੇਪੀ ਇੱਕ ਆਪਣੇ ਆਪ ਵਿੱਚ ਫੁੱਲ ਫਲੈਸ਼ਡ ਫੀਲਡ ਹੈ। ਤੁਸੀਂ ਸੁਣਿਆ ਹੋਣਾ ਲੇਟਲੀ ਜਿਹੜੀ ਹੈਗੀ ਹੈ ਅਮਰੀਕਨ ਫਿਜ਼ੀਕਲ ਥੈਰੇਪੀ ਐਸੋਸੀਏਸ਼ਨ ਹੈ, ਉਹ ਸਾਨੂੰ ਪੁਸ਼ ਕਰਦੀ ਹੈ ਡਾਕਟਰੇਟ ਆਫ ਫਿਜ਼ੀਕਲ ਥੈਰੇਪੀ ਲਈ। ਉਹਦਾ ਮੇਨ ਕਾਰਨ ਇਹ ਹੈ ਕਿ ਇਹਨੂੰ ਇੱਕ ਕੈਂਪੇਨ ਚਲਾਇਆ ਹੋਇਆ APTA ਨੇ, ਅਮਰੀਕਨ ਫਿਜ਼ੀਕਲ ਥੈਰੇਪੀ ਐਸੋਸੀਏਸ਼ਨ ਨੇ, ਉਹਨੂੰ ਕਹਿੰਦੇ ਵਿਜ਼ਨ 2020। ਉਸਦੇ ਅੰਡਰ ਸਾਨੂੰ ਡਾਕਟਰੇਟ ਆਫ ਫਿਜ਼ੀਕਲ ਥੈਰੇਪੀ ਲੈਣੀ ਹੀ ਪੈਂਦੀ ਹੈ। 2020 ਤੋਂ ਪਹਿਲਾਂ ਅਸੀਂ ਕਰਨੀ ਹੀ ਹੈ ਬਿਕੋਜ਼ ਜਿਹੜਾ ਓਬਾਮਾ ਹੈ ਹੁਣ ਸਾਡੇ ਪ੍ਰੈਜ਼ੀਡੈਂਟ ਨੇ ਮਿਸਟਰ ਓਬਾਮਾ, ਉਹਨਾਂ ਨੇ ਇਹ ਮੈਂਸ਼ਨ ਕੀਤਾ ਹੈ ਕਿ ਜਿਹੜੇ ਫਿਜ਼ੀਕਲ ਥੈਰੇਪੀ ਵਾਲੇ ਲੋਕ ਨੇ ਜਾਂ ਫਿਜ਼ੀਕਲ ਥੈਰੇਪਿਸਟ ਨੇ ਯੂਐਸਏ 'ਚ, ਉਹ ਸੈਲਫ ਪ੍ਰੈਕਟਿਸ ਕਰ ਸਕਦੇ ਨੇ ਜਿਸਨੂੰ ਕਿ ਅਸੀਂ ਡਾਇਰੈਕਟ ਐਕਸੈਸ ਲਾਇਸੈਂਸ ਕਹਿੰਦੇ ਹਾਂ। ਉਸਦੇ ਵਿੱਚ ਇਹ ਹੋਏਗਾ ਕਿ ਕਿਸੇ ਵੀ ਡਾਕਟਰ ਤੋਂ ਸਾਨੂੰ ਰੈਫਰਲ ਦੀ ਜ਼ਰੂਰਤ ਨਹੀਂ ਹੈ ਕਿਸੇ ਵੀ ਪੇਸ਼ੈਂਟ ਨੂੰ ਟ੍ਰੀਟ ਕਰਨ ਲਈ। ਅਸੀਂ ਵਿਦਆਊਟ ਰੈਫਰਲ ਪੇਸ਼ੈਂਟ ਜੇ ਸਾਡੇ ਕਲੀਨਿਕ 'ਚ ਆਉਂਦਾ ਹੈ ਤੇ ਸਾਡੇ ਕੋਲ ਡਾਇਰੈਕਟ ਐਕਸੈਸ ਲਾਇਸੈਂਸ ਹੈ, ਅਸੀਂ ਉਹਨੂੰ ਟ੍ਰੀਟ ਕਰ ਸਕਦੇ ਹਾਂ। ਇਸ ਤੋਂ ਕਿ ਤੁਸੀਂ ਇਹ ਜਾਣ ਸਕਦੇ ਹੋ ਕਿ ਸਾਨੂੰ ਰੈਫਰਲ ਦੇ ਬਿਨਾਂ ਵੀ ਅਸੀਂ ਪੇਸ਼ੈਂਟ ਦੇਖ ਸਕਦੇ ਹਾਂ। ਇਹਨੂੰ ਅਸੀਂ ਸੈਲਫ ਰੈਫਰਲ ਵੀ ਕਹਿੰਦੇ ਹਾਂ ਯੂਐਸਏ 'ਚ, ਕਿ ਪੇਸ਼ੈਂਟ ਸੈਲਫ ਰੈਫਰਡ ਹੋ ਕੇ ਸਾਡੇ ਕੋਲ ਆਉਂਦਾ ਹੈ ਵਿਦਆਊਟ ਰੈਫਰਲ ਤੇ ਅਸੀਂ ਉਹਨੂੰ ਦੇਖਦੇ ਹਾਂ। ਤਾਂ ਜੇ ਅਸੀਂ ਇਦਾਂ ਕਰਕੇ ਦੇਖ ਸਕਦੇ ਹਾਂ
ਇਸ ਨਾਲ ਤੁਹਾਡੇ ਕੁਐਸਚਨ ਦਾ ਆਨਸਰ ਬਣਦਾ ਹੈ ਕਿ ਜਿਹੜੀ ਫਿਜ਼ੀਕਲ ਥੈਰੇਪੀ ਉਹ ਆਪਣੇ ਆਪ ਵਿੱਚ ਹੀ ਇੱਕ ਫੁੱਲ ਫਲੈਜਡ ਫੀਲਡ ਹੈ। ਸਾਨੂੰ ਕਿਸੇ ਹੋਰ ਕਿੱਤੇ ਤੋਂ ਜਾਂ ਹੋਰ ਡਾਕਟਰ ਤੋਂ ਕਿਸੇ ਪੇਸ਼ੈਂਟ ਨੂੰ ਦੇਖਣ ਲਈ ਰੈਫਰਲ ਦੀ ਜ਼ਰੂਰਤ ਨਹੀਂ ਹੁੰਦੀ ਜੇਕਰ ਅਸੀਂ ਡਾਇਰੈਕਟ ਐਕਸੈਸ ਲਾਇਸੈਂਸ ਲੈਂਦੇ ਹਾਂ। ਮਨਪ੍ਰੀਤ ਜੀ, ਜਿੱਦਾਂ ਤੁਸੀਂ ਦੱਸਿਆ ਕਿ ਫਿਜ਼ੀਓਥੈਰੇਪੀ ਦਾ ਰੋਲ ਜਿਹੜਾ ਗਾਇਨੀ ਦੇ ਵਿੱਚ ਵੀ ਹੁੰਦਾ, ਉਹ ਦੱਸੋ ਸਾਨੂੰ ਗਾਇਨੀ ਦੇ ਵਿੱਚ ਕੀ ਕੀ ਫਿਜ਼ੀਓਥੈਰੇਪੀ ਜਿਹੜਾ ਰੋਲ ਪਲੇ ਕਰ ਸਕਦੀ ਹੈ? ਗਾਇਨੀ ਦੇ ਵਿੱਚ ਇਹ ਹੈ ਕਿ ਜਿਹੜੀਆਂ ਪੋਸਟਮਾਰਟਮ ਡਿਜ਼ੀਜ਼ਸ ਹੁੰਦੀਆਂ ਨੇ, ਕੋਈ ਪੋਸਟਮਾਰਟਮ ਜਿਹੜੀਆਂ ਲੇਡੀਜ਼ ਨੂੰ ਪ੍ਰੋਬਲਮ ਆਉਂਦੀਆਂ ਬੱਚਾ ਹੋਣ ਤੋਂ ਬਾਅਦ, ਉਸ ਦੇ ਵਿੱਚ ਅਸੀਂ ਐਕਸਰਸਾਈਜ਼ਸ ਦੱਸਦੇ ਹਾਂ। ਪੈਲਵਿਕ ਪੇਨ ਸਿੰਡਰੋਮ ਜਿਹੜੀ ਕਿ ਇੰਡੀਆ ਵਿੱਚ ਵੀ ਬਹੁਤ ਵੱਡੀ ਪ੍ਰੋਬਲਮ ਹੈ, ਕਿਉਂਕਿ ਇੱਥੇ ਵੀ ਮੈਂ ਐਟਲੀਸਟ 1 ਜਾਂ 2 ਪੇਸ਼ੈਂਟਸ ਦੇਖ ਚੁੱਕੀ ਹਾਂ ਜਿਨ੍ਹਾਂ ਨੂੰ ਕੋਈ ਪੈਲਵਿਕ ਪੇਨ ਪ੍ਰੋਬਲਮ ਹੈ। ਉਹਦੇ ਵਿੱਚ ਫਿਜ਼ੀਕਲ ਥੈਰੇਪੀ ਜਿਹੜੀ ਹੈ ਉਸ ਦੇ ਵਿੱਚ ਮਸਾਜ ਐਂਡ ਐਕਸਰਸਾਈਜ਼ਸ ਯੂਜ਼ ਕਰਕੇ ਵੀ ਉਹਨਾਂ ਦੀ ਪੇਨ ਦਾ ਟ੍ਰੀਟਮੈਂਟ ਕੀਤਾ ਜਾਂਦਾ ਹੈ। ਦ ਰੀਜ਼ਨ ਆਈ ਮੈਂਸ਼ਨ ਗਾਇਨੋਕੋਲੋਜੀ ਇਜ਼ ਕਿਉਂਕਿ ਇੱਦਾਂ ਸੋਚਿਆ ਜਾਂਦਾ ਹੈ, ਇੱਥੇ ਵੀ ਨਹੀਂ ਹਾਲੇ ਅਮਰੀਕਾ ਵਿੱਚ ਵੀ ਕਾਫੀ ਲੋਕ ਇੱਦਾਂ ਸੋਚਦੇ ਨੇ ਕਿ ਗਾਇਨਿੰਗ ਦੇ ਪ੍ਰੋਬਲਮ ਦੇ ਵਿੱਚ ਸ਼ਾਇਦ ਫਿਜ਼ੀਕਲ ਥੈਰੇਪੀ ਦਾ ਰੋਲ ਨਹੀਂ ਹੋਊਗਾ। ਪਰ ਜਦੋਂ ਅਸੀਂ ਵਿਮਨਸ ਹੈਲਥ ਦੀ ਗੱਲ ਕਰਦੇ ਹਾਂ, ਓਨਲੀ ਗਾਇਨੋਕੋਲੋਜੀ ਹੀ ਨਹੀਂ, ਲਿੰਫੋਡੀਮਾ ਜੋ ਕਿ ਬ੍ਰੈਸਟ ਕੈਂਸਰ ਵਾਲੇ ਪੇਸ਼ੈਂਟਸ ਨੂੰ ਹੁੰਦਾ ਹੈ, ਬ੍ਰੈਸਟ ਦੀ ਰਿਮੂਵਲ ਤੋਂ ਬਾਅਦ ਜਦੋਂ ਕੈਂਸਰ ਦੇ ਵਿੱਚ ਉਹਨਾਂ ਦੀ ਬ੍ਰੈਸਟ ਰਿਮੂਵਲ ਕਰ ਦਿੱਤੀ ਜਾਂਦੀ ਹੈ, ਉਹਦੇ ਵਿੱਚ ਵੀ ਇਸ ਦਾ ਕਾਫੀ ਵੱਡਾ ਰੋਲ ਹੈ। ਵਿਮਨਸ ਹੈਲਥ ਇੱਕ ਵਰਡ ਨਹੀਂ ਹੈ, ਉਹ ਵਿਮਨਸ ਨਾਲ ਰਿਲੇਟਿਡ ਬਹੁਤ ਜ਼ਿਆਦਾ ਬਿਮਾਰੀਆਂ ਜਿਹੜੀਆਂ ਕਿ ਟੌਪ ਟੂ ਬਾਟਮ, ਕੋਈ ਟੈਂਸ਼ਨ ਹੈਡੇਕ ਹੋ ਗਿਆ, ਕਲਸਟਰ ਹੈਡੇਕ ਹੋ ਗਿਆ, ਜਿਹੜਾ ਕਿ ਯੂਜੂਅਲੀ ਵਿਮਨਸ ਦੇ ਵਿੱਚ ਪ੍ਰਸਿਸਟ ਕਰਦਾ ਹੈ, ਉਹ ਸਾਰੀਆਂ ਪ੍ਰੋਬਲਮਸ ਨੂੰ ਵੀ ਫਿਜ਼ੀਕਲ ਥੈਰੇਪੀ ਟ੍ਰੀਟ ਕਰਦੀ ਹੈ। ਤਾਂ ਤੁਸੀਂ ਦੱਸਿਆ ਕਿ ਬੱਚਿਆਂ ਦੇ ਵਿੱਚ ਵੀ ਜਿਹੜਾ ਹੈਗਾ ਇਹਦਾ ਬਹੁਤ ਵੱਡਾ ਰੋਲ ਹੈਗਾ ਫਿਜ਼ੀਓਥੈਰੇਪੀ ਦਾ, ਉਹ ਸਾਨੂੰ ਦੱਸੋ ਕਿ ਕਿੱਦਾਂ? ਬੱਚਿਆਂ ਦੇ ਵਿੱਚ ਜਿੱਦਾਂ ਹੁੰਦਾ ਹੈ ਕਿ ਜਿਹੜੀਆਂ ਪ੍ਰੋਬਲਮਸ ਨੇ, ਛੋਟੇ ਬੱਚਿਆਂ ਨੂੰ ਸੈਰੀਬਰਲ ਪਾਲਸੀ ਹੋ ਗਈ, ਮਾਇਓਪੈਥੀਸ ਹੋ ਗਈਆਂ, ਮਸਕੂਲਰ ਡਿਫੈਕਟਸ ਹੋ ਗਏ, ਲੈਗ ਲੈਂਥ ਡਿਸਕ੍ਰਿਪੈਂਸੀ ਹੋ ਗਈ, ਕੋਈ ਉਹਨਾਂ ਨੂੰ CTE ਵੀ ਹੋ ਗਿਆ ਜਿਹਨੂੰ ਕਿ ਕਹਿੰਦੇ ਨੇ, ਜਿਸ ਵਿੱਚ ਕਿ ਪੇਸ਼ੈਂਟਸ ਦੇ ਪੈਰ ਜਿਹੜੇ ਨੇ ਉਹ ਇੰਟਰਨਲੀ ਇਨਵਰਟਿਡ ਹੁੰਦੇ ਨੇਗੇ, ਪੇਸ਼ੈਂਟ ਅੱਛੀ ਤਰ੍ਹਾਂ ਚੱਲ ਨਹੀਂ ਪਾਉਂਦੇ। ਪੋਲੀਓ ਦੀ ਬਿਮਾਰੀ ਹੋ ਗਈ ਜੋ ਕਿ ਹੁਣ ਇੰਡੀਆ ਵਿੱਚ ਹੈ, ਹਾਲੇ ਹੁਣੇ ਰੈਡੀਕੇਟ ਕੀਤੀ ਹੈ ਇੰਡੀਆ ਨੇ, ਪਰ ਜਿਹੜੇ ਕਿ ਪੁਰਾਣੇ ਪੇਸ਼ੈਂਟਸ ਨੇ ਪੋਲੀਓ ਦੇ, ਜਿਨ੍ਹਾਂ ਦੀਆਂ ਲੈਗਸ ਦੇ ਵਿੱਚ ਜਾਂ ਫੀਟ ਦੇ ਵਿੱਚ ਜਾਂ ਨੀਜ਼ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਨੇ, ਉਹਨਾਂ ਦੇ ਵਿੱਚ ਫਿਜ਼ੀਕਲ ਥੈਰੇਪੀ ਦਾ ਬਹੁਤ ਵੱਡਾ ਰੋਲ ਹੈ। ਕਈ ਬਹੁਤ ਹੀ ਰੇਅਰ ਕੇਸਿਸ ਨੇ ਜਿੱਦਾਂ ਕਿ ਹਾਈਡਰੋਸੈਫਲਸ ਹੋ ਜਾਂਦਾ ਕਈ ਵਾਰ ਬੱਚਿਆਂ 'ਚ, ਮੈਨੇਜਾਈਟਸ ਹੋ ਜਾਂਦਾ, ਬ੍ਰੇਕੀਸੀਫੈਲੀ ਹੋ ਜਾਂਦੀ ਹੈ ਜਿਸ ਕਿ ਜਿਹੜਾ ਬੱਚੇ ਦਾ ਹੈਡ ਹੈ ਉਹ ਵਿਦਾਊਟ ਕੰਟਰੋਲ ਇਨਲਾਰਜ ਹੋਣ ਲੱਗ ਜਾਂਦਾ ਹੈ। ਉਹਨਾਂ ਸਾਰੀਆਂ ਬਿਮਾਰੀਆਂ ਦੇ ਵਿੱਚ ਜਦੋਂ ਪੇਸ਼ੈਂਟਸ ਦਾ ਬ੍ਰੇਨ ਨਾਲ ਕਨੈਕਸ਼ਨ ਹੁੰਦਾ ਪਰ ਇਫੈਕਟ ਮਸਲਸ ਤੇ ਜਾਂ ਉਹਨਾਂ ਦੀ ਜਿਹੜੀ ਹੈ ਗਰੋਥ ਤੇ ਹੋ ਰਿਹਾ, ਜਾਂ ਫਿਰ ਆਸਟੀਓਜੈਨੇਸਿਸ ਇਮਪਰਫੈਕਟਾ ਇੱਕ ਹੋਰ ਬਿਮਾਰੀ ਹੈ ਜਿਹੜੀ ਕਿ ਬੋਨਸ ਨਾਲ ਰਿਲੇਟਿਡ ਹੈ, ਬੱਚਿਆਂ ਨੂੰ ਹੁੰਦੀ ਹੈ। ਇਹਨਾਂ ਸਾਰਿਆਂ ਦੇ ਵਿੱਚ ਫਿਜ਼ੀਕਲ ਥੈਰੇਪੀ ਦਾ ਬਹੁਤ ਜ਼ਿਆਦਾ ਰੋਲ ਹੈ, ਕਿਉਂਕਿ ਮਸਲ ਸਟਰੈਂਥਨਿੰਗ ਦੇ ਲਈ, ਉਹਨਾਂ ਦੀ ਰੇਂਜ ਆਫ ਮੋਸ਼ਨ ਵਧਾਉਣ ਦੇ ਲਈ, ਮਸਲ ਦੀ ਸਟ੍ਰੈਚਿੰਗ ਦੇ ਵਿੱਚ ਬਹੁਤ ਜ਼ਿਆਦਾ ਕਾਫੀ ਰੋਲ ਹੈ। ਉਹਨਾਂ ਨੂੰ ਆਰਥੋਟਿਕਸ ਤੇ ਪ੍ਰੋਸਥੈਟਿਕ ਕਿੱਦਾਂ ਦੇ ਦੇਣੇ ਨੇ, ਕਿਹੜੇ ਉਹਨਾਂ ਲਈ ਕੰਫਰਟੇਬਲ ਹੋਣ, ਉਹਨਾਂ ਦੀ ਟੈਸਟਿੰਗ, ਇਹ ਸਾਰੀਆਂ ਫਿਜ਼ੀਕਲ ਥੈਰੇਪੀ ਦੀਆਂ ਹੀ ਜਾਂ ਫਿਜ਼ੀਕਲ ਥੈਰੇਪਿਸਟ ਦੀਆਂ ਕਹਿ ਲਓ ਜੌਬ ਡਿਊਟੀਜ਼ ਨੇ। ਮਨਪ੍ਰੀਤ ਜੀ, ਜਿੱਦਾਂ ਹੁਣ ਸਾਡੇ ਜਿਹੜੇ ਵੀ ਦਰਸ਼ਕ ਦੇਖ ਰਹੇ ਜਾਂ ਹਸਪੀਟਲ ਵਾਲੇ ਵੀਰ ਸਾਡੇ ਇਸ ਪ੍ਰੋਗਰਾਮ ਨੂੰ ਜਾਂ ਸਾਡੇ ਪੇਸ਼ੈਂਟ ਵੀਰ ਦੇਖ ਰਹੇ, ਅਗਰ ਤੁਹਾਡੇ ਤੋਂ ਕੋਈ ਸਲਾਹ ਮਸ਼ਵਰਾ ਲੈਣਾ ਚਾਹਣ ਤੇ ਕੀ ਤੁਸੀਂ ਉਹਨਾਂ ਨੂੰ ਮਤਲਬ ਕੀ ਕੰਸਲਟੇਸ਼ਨ ਦੇ ਸਕਦੇ ਹੋ? ਮੈਂ ਉਹਨਾਂ ਦੀ ਕੰਸਲਟੇਸ਼ਨ ਵੀ ਕਰ ਸਕਦੀ ਹਾਂ ਤੇ ਉਹਨਾਂ ਨੂੰ ਗਾਈਡ ਵੀ ਕਰ ਸਕਦੀ ਹਾਂ ਕਿ ਉਹਨਾਂ ਦੀ ਪ੍ਰੋਬਲਮ ਦਾ ਹੱਲ ਜਿੰਨਾ ਕੁ ਮੇਰੇ ਵੱਸ ਦਾ ਹੋਏਗਾ ਮੈਂ ਉਹਨਾਂ ਨੂੰ ਕੱਢ ਸਕਦੀ ਹਾਂ। ਤੇ ਮੇਰੇ ਇੰਡੀਆ ਵਿੱਚ ਹਾਲੇ ਮੇਰੀ ਪ੍ਰੈਕਟਿਸ ਕੋਈ ਹੈ ਨਹੀਂ, ਪਰ ਮੈਂ ਉਹਨਾਂ ਨੂੰ ਰੈਫਰ ਆਊਟ ਜ਼ਰੂਰ ਅੱਛੇ ਫਿਜ਼ੀਕਲ ਥੈਰੇਪਿਸਟ ਨੂੰ ਇੰਡੀਆ ਦੇ ਵਿੱਚ ਕਰ ਸਕਦੀ ਹਾਂ। ਮਨਪ੍ਰੀਤ ਜੀ, ਜਾਂਦੇ ਜਾਂਦੇ ਸਾਨੂੰ ਇੱਕ ਹੋਰ ਸਵਾਲ ਦੱਸੋ ਕਿ ਤੁਸੀਂ ਕਾਫੀ ਪਿਛਲੇ 6-7 ਸਾਲ ਤੋਂ ਜਿਹੜਾ ਫੋਰਨ ਵਿੱਚ ਰਹਿ ਰਹੇ ਹੋ ਔਰ ਇੰਡੀਆ ਦੇ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਬੜਾ ਕਰੇਜ਼ ਹੈਗਾ ਜਾਣ ਦਾ, ਔਰ ਖਾਸ ਕਰਕੇ ਨਰਸਿਸ ਨੂੰ ਬਾਹਰ ਜਾਣ ਦਾ ਬੜਾ ਕਰੇਜ਼ ਹੈ। ਤੁਸੀਂ ਹੁਣ ਆਪਣੇ ਲਾਈਫ ਦੇ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰੋ ਕਿ ਕਿੱਦਾਂ ਤੁਸੀਂ 7 ਸਾਲ ਹੋ ਗਏ ਉੱਥੇ ਗਏ ਹੋ ਔਰ ਕੀ ਤੁਸੀਂ ਉੱਥੇ ਦੇਖਦੇ ਹੋ ਵਾਚ ਕਰਦੇ? ਮੈਂ ਇੰਨਾ ਹੀ ਕਹਿਣਾ ਚਾਹਾਂਗੀ ਕਿ ਮੈਨੂੰ ਇਹ ਬਹੁਤ ਅੱਛੀ ਤਰ੍ਹਾਂ ਮੈਂ ਇਸ ਗੱਲ ਤੋਂ ਭਲੀ ਭਾਂਤੀ ਜਾਣੂ ਹਾਂ ਕਿ ਪੰਜਾਬ ਦੇ ਵਿੱਚ ਲੋਕ ਜਿਹੜੇ ਨੇ ਬਾਹਰ ਜਾਣ ਲਈ ਸਟੂਡੈਂਟਸ ਬਹੁਤ ਕਰੇਜ਼ੀ ਨੇ, ਪਰ ਮੈਂ ਉਹਨਾਂ ਨੂੰ ਕਹੂੰਗੀ ਕਿ ਜੇ ਤੁਹਾਡੇ ਕੋਲ ਐਜੂਕੇਸ਼ਨ ਦਾ ਬੇਸ ਹੈ, ਜੇ ਤੁਸੀਂ ਇੱਥੇ ਵੈਲ ਐਜੂਕੇਟਿਡ ਹੋ, ਤੁਸੀਂ ਨਰਸਿੰਗ ਕੀਤੀ ਹੈ, ਫਿਜ਼ੀਕਲ ਥੈਰੇਪੀ ਕੀਤੀ ਹੈ ਜਾਂ MBBS ਜਾਂ ਡੈਂਟਿਸਟ ਜਾਂ ਆਕੂਪੇਸ਼ਨਲ ਥੈਰੇਪੀ, ਆਰਥੋਟਿਕ ਐਂਡ ਪ੍ਰੋਸਥੈਟਿਕ ਦੀ ਡਿਗਰੀ ਕੀਤੀ ਹੈ, ਕੋਈ ਵੀ ਡਿਗਰੀ ਕੀਤੀ ਹੈ, ਆਪਣਾ ਜਾ ਕੇ ਪ੍ਰੋਫੈਸ਼ਨ ਛੱਡੋ ਨਾ, ਉਸ ਦੇ ਪ੍ਰਤੀ ਆਪਣੀ ਮਿਹਨਤ ਕਰੀ ਜਾਓ। ਟੈਸਟ ਪਾਸ ਕਰਨੇ ਹੁੰਦੇ ਹਨ ਜਾਂ ਹੋਰ ਕੁਝ ਕਰਨਾ ਹੁੰਦਾ ਹੈ, ਹਰ ਕੋਈ ਪਾਸ ਕਰਦਾ ਹੈ ਔਰ ਕਰ ਹੀ ਲੈਂਦਾ ਹੈ, ਪਰ ਆਪਣੇ ਪ੍ਰੋਫੈਸ਼ਨ ਨੂੰ ਛੱਡ ਕੇ ਜਿਹੜੇ ਲੋਕ ਦੂਸਰੇ ਹੋਰ ਕਿੱਤੇ ਅਪਣਾ ਲੈਂਦੇ ਹਨ, ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਜੇ ਤੁਸੀਂ ਫੋਰਨ ਜਾ ਕੇ ਕੁਝ ਬਣਨਾ ਹੈ ਤਾਂ ਆਪਣੇ ਕਿੱਤੇ ਨਾਲ ਜੁੜੇ ਰਹੋ ਤੇ ਆਪਣੇ ਪ੍ਰੋਫੈਸ਼ਨ ਨੂੰ ਅੱਗੇ ਲੈ ਕੇ ਜਾਓ। ਧੰਨਵਾਦ ਤੁਹਾਡਾ ਜਿਹੜਾ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ, ਔਰ ਅਸੀਂ ਚਾਹਾਂਗੇ ਕਿ ਨੈਕਸਟ ਜਿਹੜਾ ਸਾਡੀ ਮੀਟਿੰਗ ਹੋਵੇ ਉਹ ਇਦੋਂ ਵੀ ਸਾਰਥਕ ਹੋਵੇ। ਥੈਂਕ ਯੂ। ਥੈਂਕ ਯੂ ਰਿਚੀ ਗਰਲ ਜੀ, ਮੈਨੂੰ ਆਪਣੇ ਸ਼ੋਅ ਤੇ ਬੁਲਾਉਣ ਲਈ। ਥੈਂਕ ਯੂ।